ਹੈਲੋ ਫਰੈਂਡਸ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਅਨਹਦ ਸੰਧੂ ਕੋਚਿੰਗ ਹਬ ਦੇ ਵਿੱਚ। ਮੈਂ ਹਰਪ੍ਰੀਤ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਅੱਜ ਮੈਂ ਆਪਣਾ ਟੌਪਿਕ ਤੁਹਾਡੇ ਲਈ ਲੈ ਕੇ ਆਈ ਹਾਂ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਹਾਂਜੀ, ਜਿਸ ਨੂੰ ਅਸੀਂ 2 ਪਾਰਟ ਦੇ ਵਿੱਚ ਕਰਾਂਗੇ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਨੂੰ। ਅੱਜ ਮੈਂ ਪਾਰਟ 1 ਲੈ ਕੇ ਆਈ ਹਾਂ। ਨਾਲ ਹੀ ਤੁਸੀਂ ਮੈਨੂੰ ਮੇਰੇ WhatsApp ਗਰੁੱਪ 'ਤੇ ਵੀ ਜੁਆਇਨ ਕਰ ਸਕਦੇ ਹੋ, ਅਨਹਦ ਸੰਧੂ ਕੋਚਿੰਗ ਹਬ ਦੇ, ਜਿਸ ਦੀ ਮੰਥਲੀ ਫੀਸ ਅਸੀਂ 1500 ਰੱਖੀ ਹੈ, ਫੁੱਲ ਕੋਰਸ ਫੀਸ। ਠੀਕ ਹੈ ਜੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੀ ਤਰ੍ਹਾਂ ਹੀ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਫੁੱਲ ਵਾਚ ਕਰੋ, ਨਾਲ ਦੀ ਨਾਲ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਵੀ ਕਰੋ। ਹਾਂਜੀ, ਅੱਜ ਦਾ ਟੌਪਿਕ ਹੈ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਠੀਕ ਹੈ ਜੀ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਜਦੋਂ ਹੋਈ ਸੀ ਤਾਂ ਸਭ ਹੀ ਲੋਕ ਇਹ ਜ਼ਿਆਦਾਤਰ ਮਾਨਤਾ ਮੰਨਦੇ ਨੇ ਕਿ ਅੰਗਰੇਜ਼ ਸੀ ਜਿਹੜੇ ਭਾਰਤ ਦੇ ਵਿੱਚ ਪਹਿਲਾਂ ਆਏ ਸੀ। ਨਹੀਂ ਜੀ, ਭਾਰਤ ਦੇ ਵਿੱਚ ਅੰਗਰੇਜ਼ ਪਹਿਲਾਂ ਨਹੀਂ ਆਏ ਸੀ, ਪਹਿਲਾਂ ਆਏ ਸੀ ਪੁਰਤਗਾਲੀ। ਠੀਕ ਹੈ ਜੀ। ਕੌਣ ਆਏ ਸੀ? ਪੁਰਤਗਾਲੀ। ਅਤੇ ਅੱਗੇ ਅਸੀਂ ਅੱਜ ਪੁਰਤਗਾਲੀ ਦੀ ਗੱਲ ਕਰਦੇ ਹਾਂ, ਜਿਹੜੀਆਂ ਵਿਦੇਸ਼ੀ ਕੰਪਨੀਆਂ ਆ ਕੇ ਭਾਰਤ ਵਿੱਚ ਜਿਨ੍ਹਾਂ ਨੇ ਵਪਾਰ ਕੀਤਾ ਭਾਰਤ ਦੇ ਨਾਲ, ਜਿਨ੍ਹਾਂ ਨੇ ਆਪਣੀ ਕੰਪਨੀਆਂ ਦੀ ਸਥਾਪਨਾ ਕੀਤੀ, ਉਹ ਸੀਗੇ ਆਪਣੇ ਪੁਰਤਗਾਲੀ, ਡਚ, ਅੰਗਰੇਜ਼, ਡੈਨਿਸ਼ ਔਰ ਫਰਾਂਸੀਸੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਅਸੀਂ ਪੁਰਤਗਾਲੀਆਂ ਦੇ ਬਾਰੇ ਵਿੱਚ ਪੜ੍ਹਦੇ ਹਾਂ ਕਿ ਪੁਰਤਗਾਲੀ ਕੌਣ ਸੀ। 1488 ਈਸਵੀ ਦੇ ਵਿੱਚ ਬਾਰਟੋਲੋਮਿਓ ਕ੍ਰਿਆਸ ਨਾਮ ਦਾ ਇੱਕ ਅਫਰੀਕੀ ਯਾਤਰੀ ਸੀ, ਜਿਨੇ ਇੱਕ ਜਗ੍ਹਾ ਦੀ ਖੋਜ ਕੀਤੀ ਸੀ ਜਿਸ ਨੂੰ ਕੇਪ ਆਫ ਗੁੱਡ ਹੋਪ ਕਿਹਾ ਜਾਂਦਾ ਹੈ। ਠੀਕ ਹੈ ਜੀ। ਕੀ ਕਿਹਾ ਜਾਂਦਾ ਹੈ ਜੀ? ਕੇਪ ਆਫ ਗੁੱਡ ਹੋਪ ਕਿਹਾ ਜਾਂਦਾ ਹੈ। ਅਤੇ ਪੁਰਤਗਾਲ ਦੀ ਜਿਹੜੀ ਰਾਜਧਾਨੀ ਹੈ ਉਹ ਹੈਗੀ ਆ ਲਿਸਬਨ। ਪੁਰਤਗਾਲ ਦੀ ਰਾਜਧਾਨੀ ਹੈ ਜਿਹੜੀ ਲਿਸਬਨ ਹੈ, ਐਂਡ ਪੁਰਤਗਾਲ ਦੀ ਜਿਹੜੀ ਕਰੰਸੀ ਹੈ ਉਹ ਯੂਰੋ ਹੈ। ਠੀਕ ਹੈ ਜੀ। ਔਰ 1492 ਈਸਵੀ ਦੇ ਵਿੱਚ ਹੀ 1492 ਦੇ ਵਿੱਚ ਇੱਕ ਇਟਲੀ ਦਾ ਪਰਸਨ ਸੀ ਕੋਲੰਬਸ, ਜਿਸ ਨੇ ਅਮਰੀਕਾ ਦੀ ਖੋਜ ਕੀਤੀ ਸੀ। ਅਸਲ ਦੇ ਵਿੱਚ ਉਹ ਭਾਰਤ ਦੀ ਖੋਜ ਕਰਨ ਦੇ ਲਈ ਨਿਕਲਿਆ ਸੀ, ਪਰ ਉਹ ਰਾਸਤੇ ਨੂੰ ਖੋਜਦਾ ਪਹੁੰਚ ਗਿਆ ਸੀ ਕਿੱਥੇ? ਅਮਰੀਕਾ ਪਹੁੰਚ ਗਿਆ ਸੀ। ਅਤੇ ਅਮਰੀਕਾ ਦੀ ਜਦੋਂ ਖੋਜ ਹੋਈ ਅਮਰੀਕਾ ਦੇ ਸ਼ਹਿਰ ਦੀ, ਤਾਂ ਉਹ ਕਿਸ ਨੇ ਕੀਤੀ? ਕੋਲੰਬਸ ਨੇ। ਠੀਕ ਹੈ ਜੀ। 1488 ਈਸਵੀ ਦੇ ਵਿੱਚ ਵਾਸਕੋ ਡੀ ਗਾਮਾ ਸੀ ਜਿਹੜਾ, ਉਹਨੇ ਕੇਪ ਆਫ ਗੁੱਡ ਹੋਪ ਵਿਖੇ ਪਹੁੰਚਿਆ ਤਾਂ ਇੱਥੋਂ ਦਾ ਇੱਕ ਗੁਜਰਾਤੀ ਵਿਅਕਤੀ ਸੀਗਾ ਜਿਹਦਾ ਨਾਂ ਸੀ ਇਬਨ ਮਸੀਦ। ਠੀਕ ਹੈ। ਉਹ ਮਿਲਿਆ ਸੀ ਇਸ ਨੂੰ, ਤੋਂ ਜੋ ਉਸਨੂੰ ਕਿੱਥੇ ਲੈ ਕੇ ਆਇਆ ਸੀ? ਭਾਰਤ ਲੈ ਕੇ ਆਇਆ ਸੀ। ਸਮਝ ਆ ਗਿਆ ਜੀ। 1488 ਈਸਵੀ ਵਿੱਚ ਵਾਸਕੋ ਡੀ ਗਾਮਾ ਨੇ ਕੇਪ ਆਫ ਗੁੱਡ ਹੋਪ ਦੀ ਜੋ ਖੋਜ ਕੀਤੀ। ਉਸ ਤੋਂ ਬਾਅਦ ਜਦੋਂ ਉਹ ਇੱਥੇ ਪਹੁੰਚਿਆ ਸੀ ਤਾਂ ਇੱਥੇ ਇੱਕ ਗੁਜਰਾਤੀ ਵਿਅਕਤੀ ਸੀ ਜਿਹਦਾ ਨਾਮ ਸੀਗਾ ਇਬਨ ਮਸੀਦ। ਠੀਕ ਹੈ ਜੀ। ਇਬਨ ਮਸੀਦ। ਅਤੇ ਜੋ ਇਸ ਨੂੰ ਭਾਰਤ ਲੈ ਕੇ ਆਇਆ, ਅੱਗੇ ਇਸ ਨੂੰ ਭਾਰਤ ਲੈ ਕੇ ਕੌਣ ਆਇਆ ਸੀਗਾ? ਕੌਣ ਲੈ ਕੇ ਆਇਆ ਸੀ ਜੀ? ਇਬਨ ਮਸੀਦ। ਠੀਕ ਹੈ ਜੀ। ਇਸ ਤਰ੍ਹਾਂ ਜਿਹੜੀ ਭਾਰਤ ਦੀ ਖੋਜ ਸੀ ਉਹ ਫਿਰ ਕਿਹਨੇ ਕੀਤੀ? ਵਾਸਕੋ ਡੀ ਗਾਮਾ ਨੇ। ਠੀਕ ਹੈ ਜੀ। ਔਰ ਵਪਾਰੀ ਖੋਜ ਦੇ ਵਿੱਚ ਪੁਰਤਗਾਲੀ ਸੀ ਜਿਹੜੇ, ਉਹ ਸਭ ਤੋਂ ਅੱਗੇ ਸੀਗੇ। ਅਤੇ ਪੁਰਤਗਾਲੀ ਵਾਸਕੋ ਡੀ ਗਾਮਾ ਨੇ ਸਭ ਤੋਂ ਪਹਿਲਾਂ 27 ਮਈ 1498 ਈਸਵੀ ਦੇ ਵਿੱਚ ਭਾਰਤ ਵਿੱਚ ਕਿੱਥੇ ਪਹੁੰਚਿਆ ਸੀ? ਉਹ ਕਾਲੀਕਟ, ਕੇਰਲ ਦੇ ਵਿੱਚ ਪਹੁੰਚਿਆ ਸੀ। ਠੀਕ ਹੈ। ਅਤੇ ਉੱਥੇ ਦੇ ਲੋਕਲ ਰਾਜਾ ਜਰੋਸਿਨ ਸੀਗਾ, ਉੱਥੇ ਦਾ ਲੋਕਲ ਰਾਜਾ, ਕਿੱਥੇ ਦਾ? ਕਾਲੀਕਟ ਦਾ ਲੋਕਲ ਰਾਜਾ ਸੀ, ਜਰੋਸਿਨ ਨਾਮ ਸੀ ਉਸਦਾ। ਅਤੇ ਉਸਨੇ ਬੜੇ ਹੀ ਕਹਿੰਦੇ ਰੀਤੀ ਰਿਵਾਜ਼ਾਂ ਦੇ ਨਾਲ ਵਾਸਕੋ ਡੀ ਗਾਮਾ ਦਾ ਸਮੁੰਦਰੀ ਤੱਟ 'ਤੇ ਸਵਾਗਤ ਕੀਤਾ ਸੀ। ਵਾਸਕੋ ਡੀ ਗਾਮਾ ਇੱਥੋਂ ਬਹੁਤ ਸਾਰੇ ਮਸਾਲੇ ਔਰ ਕਾਲੀ ਮਿਰਚਾਂ ਔਰ ਜੜੀ ਬੂਟੀਆਂ ਲੈ ਕੇ ਕਿੱਥੇ ਗਿਆ ਸੀ? ਪੁਰਤਗਾਲ। ਠੀਕ ਹੈ। ਉਸ ਨੂੰ ਇਸ ਵਪਾਰ ਦੇ ਨਾਲ 60 ਗੁਣਾ ਲਾਭ ਪ੍ਰਾਪਤ ਹੋਇਆ। ਇਸ ਲਈ ਵਾਸਕੋ ਡੀ ਗਾਮਾ ਆਪਣੇ ਜੀਵਨ ਦੇ ਵਿੱਚ 3 ਵਾਰ ਭਾਰਤ ਆਇਆ ਸੀ। ਕਿੰਨੀ ਵਾਰ ਭਾਰਤ ਆਇਆ ਸੀ ਜੀ? 3 ਵਾਰ। ਠੀਕ ਹੈ ਜੀ। ਨੈਕਸਟ ਹੈ ਜੀ, ਪੁਰਤਗਾਲੀਆਂ ਨੇ ਜਿਹੜੀ ਆਪਣੀ ਸਭ ਤੋਂ ਪਹਿਲੀ ਫੈਕਟਰੀ ਸੀਗੀ ਉਹ ਕਿੱਥੇ ਲਗਾਈ ਸੀ? ਕੋਚੀਨ ਦੇ ਵਿੱਚ। ਉਸ ਤੋਂ ਬਾਅਦ 1505 ਈਸਵੀ ਦੇ ਵਿੱਚ ਪੁਰਤਗਾਲੀਆਂ ਵੱਲੋਂ ਫਰਾਂਸਕੋ ਦੀ ਅਲਮੇਡਾ ਇਹਨਾਂ ਦਾ ਪਹਿਲਾ ਗਵਰਨਰ ਬਣ ਕੇ ਆਇਆ ਸੀ। ਇਹਨਾਂ ਨੇ ਆਪਣੀ ਜਦੋਂ ਕੰਪਨੀ ਦੀ ਫੈਕਟਰੀ ਦੀ ਸਥਾਪਨਾ ਕੀਤੀ, ਉਸ ਤੋਂ ਬਾਅਦ 1505 ਈਸਵੀ ਵਿੱਚ ਫਰਾਂਸਕੋ ਦੀ ਅਲਮੇਡਾ ਨਾਮ ਦਾ ਪੁਰਤਗਾਲੀ ਸੀ ਜਿਹੜਾ ਕਿ ਇਹਨਾਂ ਦਾ ਪਹਿਲਾ ਗਵਰਨਰ ਬਣ ਕੇ ਆਇਆ ਸੀ। ਠੀਕ ਹੈ ਜੀ। ਇਹ ਹੋ ਗਿਆ ਜੀ। ਉਸ ਤੋਂ ਬਾਅਦ ਜੀ
1508 ਈਸਵੀ ਵਿੱਚ ਚੌਲ ਦਾ ਯੁੱਧ ਹੋਇਆ ਤੇ ਇਸ ਯੁੱਧ ਵਿੱਚ ਮਹਿਮੂਦ ਬਿਗਰਾ ਤੁਰਕੀ ਦਾ ਸੁਲਤਾਨ ਸੀ ਉਹ, ਤੇ ਇਜ਼ਪਟ ਦੇ ਸੁਲਤਾਨ ਦੇ ਵਿਚਕਾਰ ਫਰਾਂਸਿਸਕੋ ਦੀ ਅਲਮੇਡਾ ਦੇ ਨਾਲ ਯੁੱਧ ਹੋਇਆ ਤੇ ਪੁਰਤਗਾਲੀਆਂ ਦੀ ਹਾਰ ਹੋਈ ਸੀ। ਠੀਕ ਹੈ ਜੀ। ਚੌਲ ਦਾ ਯੁੱਧ, ਚੌਲ ਨਾਮ ਦਾ ਇੱਕ ਲੜਾਈ ਹੋਈ ਸੀ 1508 ਈਸਵੀ ਦੇ ਵਿੱਚ, ਜਿਸ ਵਿੱਚ ਕਿਹਦੇ ਵਿੱਚ ਹੋਈ ਸੀ? ਤੁਰਕੀ ਦੇ ਸੁਲਤਾਨ ਮਹਿਮੂਦ ਵਗੈਰਾ, ਇਜ਼ਬਟ ਦੇ ਸੁਲਤਾਨ ਔਰ ਫਰਾਂਸਕੋ ਦੀ ਅਲਮੇਡਾ, ਜੋ ਕਿ ਇਹਨਾਂ ਦਾ ਪੁਰਤਗਾਲੀਆਂ ਦਾ ਗਵਰਨਰ ਸੀ, ਉਹਨਾਂ ਦੇ ਵਿਚਕਾਰ ਕੀ ਹੋਇਆ ਸੀਗਾ? ਯੁੱਧ ਹੋਇਆ ਸੀ, ਜਿਹਦੇ ਵਿੱਚ ਪੁਰਤਗਾਲੀਆਂ ਦੀ ਹਾਰ ਹੋ ਗਈ ਸੀ। ਉਸ ਤੋਂ ਬਾਅਦ 1509 ਈਸਵੀ ਦੇ ਵਿੱਚ ਅਲਫਾਸੋ ਦੀ ਐਲ ਬੁਰਖ ਨਾਮ ਦਾ ਪੁਰਤਗਾਲੀ ਸੀ ਜਿਹੜਾ, ਉਹ ਕੀ ਬਣ ਕੇ ਆਇਆ ਸੀ? ਇਹਨਾਂ ਦਾ ਗਵਰਨਰ ਬਣ ਕੇ, ਕਿਉਂਕਿ 8 ਦੇ ਵਿੱਚ ਇਹਦੀ ਹਾਰ ਹੋ ਗਈ ਤੇ ਇਹਨੂੰ ਅਲਮੇਡਾ ਨੂੰ ਹਟਾ ਦਿੱਤਾ ਗਿਆ। ਅਲਮੇਡਾ ਦੀ ਜਗ੍ਹਾ ਤੇ 9 ਦੇ ਵਿੱਚ ਅਲਫਾਸੋ ਦੀ ਐਲ ਬੁਰਖ ਸੀ ਜਿਹੜਾ ਇਹਨਾਂ ਦਾ ਪੁਰਤਗਾਲੀ ਬਣ ਕੇ ਆਇਆ। 1510 ਈਸਵੀ ਦੇ ਵਿੱਚ ਵੀਜ਼ਾਪੁਰ ਵਿੱਚ ਯੂਸਫ ਸ਼ਾਹ ਤੋਂ ਗੋਆ ਖੋਲ੍ਹਿਆ ਗਿਆ ਸੀ। ਕਿਸ ਤੋਂ ਖੋਲ੍ਹਿਆ ਗਿਆ ਸੀ? ਯੂਸਫ ਸ਼ਾਹ ਤੋਂ ਗੋਆ ਖੋਲ੍ਹਿਆ ਗਿਆ ਸੀ। ਤੇ ਇਹਨਾਂ ਦੀਆਂ ਜਿਹੜੀਆਂ ਪ੍ਰਮੁੱਖ ਬਸਤੀਆਂ ਸੀ ਉਹ ਸੀ ਗੋਆ, ਸਾਲਸੈਟ, ਬਸੀਨ, ਮੁੰਬਈ, ਸੈਂਟ ਟੋਮ ਐਂਡ ਹੁਗਲੀ। ਇਹਨਾਂ ਜਗ੍ਹਾ ਤੇ ਇਹਨਾਂ ਦੀਆਂ ਕੀ ਸੀਗੀਆਂ? ਪ੍ਰਮੁੱਖ ਬਸਤੀਆਂ ਸਥਾਪਿਤ ਕੀਤੀਆਂ ਸੀ ਇਹਨਾਂ ਨੇ ਆਪਣੀਆਂ। ਠੀਕ ਹੈ ਜੀ। ਓਕੇ ਜੀ, ਹੁਗਲੀ ਦੀਆਂ ਪ੍ਰਮੁੱਖ ਬਸਤੀਆਂ ਸੀ। ਓਕੇ, ਨੈਕਸਟ ਅੱਗੇ ਕਰਦੇ ਹਾਂ। ਉਸ ਤੋਂ ਬਾਅਦ ਇਹਨਾਂ ਤੋਂ ਬਾਅਦ ਮਤਲਬ ਇਹਨਾਂ ਦੇ ਟਾਈਮ 'ਤੇ ਹੀ ਕਹਿ ਲਓ ਕਿ ਕੌਣ ਆਏ? ਉਸ ਤੋਂ ਬਾਅਦ ਡੱਚ। ਠੀਕ ਹੈ, ਡੱਚ ਸੀ ਜਿਹੜੇ ਨੀਦਰਲੈਂਡ ਦੇ ਨਿਵਾਸੀ ਸੀ। ਕਿੱਥੋਂ ਦੇ ਨਿਵਾਸੀ ਸੀ ਜੀ? ਡੱਚ, ਨੀਦਰਲੈਂਡ ਦੇ। ਓਕੇ ਜੀ। ਕਾਰਨਲਿਸ ਦੀ ਹਾਊਟਮੈਨ 1596 ਈਸਵੀ ਦੇ ਵਿੱਚ ਆਉਣ ਵਾਲਾ ਪਹਿਲਾ ਡੱਚ ਨਾਗਰਿਕ ਸੀਗਾ। ਕੌਣ ਸੀ ਜੀ? ਕਾਰਨਲਿਸ ਦੀ ਹਾਊਟਮੈਨ 1519 ਈਸਵੀ ਦੇ ਵਿੱਚ ਭਾਰਤ ਵਿੱਚ ਆਉਣ ਵਾਲਾ ਪਹਿਲਾ ਡੱਚ ਨਾਗਰਿਕ ਸੀ। ਠੀਕ ਹੈ ਜੀ। ਅਗਰ ਡੱਚਾਂ ਦੀ ਗੱਲ ਕਰਦੇ ਹਾਂ ਤਾਂ ਡੱਚਾਂ ਦਾ ਕਿਹੜਾ ਪਹਿਲਾ ਵਿਅਕਤੀ ਸੀ ਜਿਹੜਾ ਭਾਰਤ ਦੇ ਵਿੱਚ ਆਇਆ ਸੀ? ਤਾਂ ਕਾਰਨਲਿਸ ਦੀ ਹਾਊਟਮੈਨ। ਓਕੇ ਜੀ। ਬਾਰ-ਬਾਰ ਬੋਲਣ ਦੇ ਨਾਲ ਸੁਣ ਕੇ ਯਾਦ ਹੋ ਜਾਂਦਾ ਹੈ ਜਲਦੀ, ਇਸ ਲਈ ਮੈਂ ਕੁਐਸਚਨ ਨੂੰ ਬਾਰ-ਬਾਰ ਰਿਪੀਟ ਕਰ ਰਹੀ ਹਾਂ। ਠੀਕ ਹੈ। ਉਸ ਤੋਂ ਬਾਅਦ 1602 ਈਸਵੀ ਦੇ ਵਿੱਚ ਡੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ। ਠੀਕ ਹੈ ਜੀ। ਕਿੰਨਾ ਦੀ ਹੋਈ? 1602 ਈਸਵੀ ਦੇ ਵਿੱਚ ਡੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ। ਠੀਕ ਹੈ। ਉਸ ਤੋਂ ਬਾਅਦ 1605 ਈਸਵੀ ਦੇ ਵਿੱਚ ਹੀ 1605 ਈਸਵੀ ਦੇ ਵਿੱਚ ਹੀ ਕੀ ਹੋਇਆ ਸੀਗਾ ਜੀ? ਮਸੂਲੀਪਟਨਮ ਵਿੱਚ ਇਹਨਾਂ ਨੇ ਆਪਣੀ ਫੈਕਟਰੀ ਖੋਲ੍ਹੀ ਸੀ। ਕਿਹਨਾਂ ਨੇ ਖੋਲ੍ਹੀ ਸੀਗੀ? ਡੱਚਾਂ ਨੇ। ਕਿੱਥੇ? ਮਸੂਲੀਪਟਨਮ ਵਿੱਚ। ਮਤਲਬ ਪਹਿਲੀ ਫੈਕਟਰੀ ਇਹਨਾਂ ਨੇ ਆਪਣੀ ਕਿੱਥੇ ਖੋਲ੍ਹੀ? ਮਸੂਲੀਪਟਨਮ ਦੇ ਵਿੱਚ 1605 ਈਸਵੀ ਵਿੱਚ। ਤੇ ਪੁਲੀਕਟ ਨੂੰ ਇਹਨਾਂ ਨੇ ਆਪਣਾ ਹੈੱਡਕੁਆਟਰ ਬਣਾਇਆ ਸੀ। ਕਿਸ ਨੂੰ ਬਣਾਇਆ ਸੀ? ਪੁਲੀਕਟ ਨੂੰ ਆਪਣਾ ਹੈੱਡਕੁਆਟਰ, ਤੇ ਬਾਅਦ ਵਿੱਚ ਨਾਗਾਪਟਨਮ ਨੂੰ ਬਣਾਇਆ। ਕਿਸ ਨੂੰ ਬਣਾਇਆ? ਨਾਗਾਪਟਨਮ ਨੂੰ। ਓਕੇ। ਇਹ ਸੂਤੀ ਵਸਤਰ, ਕੱਚਾ ਰੇਸ਼ਮ, ਅਫੀਮ, ਨਮਕ ਔਰ ਚਾਵਲ ਆਦਿ ਦਾ ਵਪਾਰ ਕਰਦੇ ਸੀ। ਓਕੇ। ਕਿਹਦਾ ਵਪਾਰ ਕਰਦੇ ਸੀ? ਸੂਤੀ ਵਸਤਰ, ਕੱਚਾ ਰੇਸ਼ਮ, ਅਫੀਮ, ਨਮਕ ਔਰ ਚਾਵਲ ਦਾ ਵਪਾਰ। ਭਾਰਤ ਵਿੱਚ ਪਹਿਲਾਂ ਕੌਣ ਆਏ ਸੀਗੇ? ਡੱਚ ਆਏ ਸੀ ਜੀ ਭਾਰਤ ਵਿੱਚ ਪਹਿਲਾਂ, ਕਿਉਂਕਿ 1596 ਦੇ ਵਿੱਚ ਆ ਗਏ ਸੀ। ਔਰ ਅੰਗਰੇਜ਼ ਸੀ ਜਿਹੜੇ ਉਹ 1600 ਈਸਵੀ ਦੇ ਵਿੱਚ ਆਏ ਸੀਗੇ ਪਹਿਲੀ ਵਾਰ। ਠੀਕ ਹੈ ਜੀ। ਇਸ ਲਈ ਪਹਿਲਾਂ ਕੌਣ ਆਏ ਸੀਗੇ ਭਾਰਤ ਦੇ ਵਿੱਚ? ਡੱਚ ਆਏ ਸੀ, ਬਟ ਇਹਨਾਂ ਨੇ ਕੰਪਨੀ ਸੀ ਜਿਹੜੀ ਉਹ 1602 ਈਸਵੀ ਦੇ ਵਿੱਚ ਸਥਾਪਿਤ ਕੀਤੀ, ਕਾਫੀ ਟਾਈਮ ਬਾਅਦ ਸਥਾਪਿਤ ਕੀਤੀ। ਭਾਰਤ ਦੇ ਵਿੱਚ ਪਹਿਲਾਂ ਡੱਚ ਆਏ, ਫਿਰ ਅੰਗਰੇਜ਼ ਆਏ। ਉਸ ਤੋਂ ਬਾਅਦ 1667 ਈਸਵੀ ਦੇ ਵਿੱਚ ਅੰਗਰੇਜ਼ਾਂ ਤੇ ਡੱਚਾਂ ਦੇ ਵਿਚਕਾਰ ਇੱਕ ਡੀਲ ਹੋਈ ਸੀ, ਜਿਸ ਦੇ ਮੁਤਾਬਿਕ ਅੰਗਰੇਜ਼ ਸੀ ਜਿਹੜੇ ਉਹ ਇੰਡੀਆ ਤੇ ਡੱਚ ਸੀ ਜਿਹੜੇ ਉਹ ਇੰਡੋਨੇਸ਼ੀਆ ਸੰਭਾਲ ਲੈਣਗੇ। ਠੀਕ ਹੈ। ਤੇ ਉਹਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ 1667 ਵਿੱਚ ਅੰਗਰੇਜ਼ਾਂ ਤੇ ਡੱਚਾਂ ਦੇ ਵਿਚਕਾਰ ਕਿ ਅੰਗਰੇਜ਼ ਸੀ ਜਿਹੜੇ ਉਹ ਕੀ ਸੰਭਾਲ ਲੈਣਗੇ? ਅੰਗਰੇਜ਼ ਸੀ ਇੰਡੀਆ ਨੂੰ ਸੰਭਾਲ ਲੈਣਗੇ ਤੇ ਡੱਚ ਇੰਡੋਨੇਸ਼ੀਆ ਨੂੰ ਸੰਭਾਲਣਗੇ। ਪਰ 1769 ਈਸਵੀ ਦੇ ਵਿੱਚ ਅੱਗੇ ਚੱਲ ਕੇ ਇਸ ਡੀਲ ਤੋਂ ਬਾਅਦ ਬੇਦਰਾਂ ਦਾ ਯੁੱਧ ਹੋਇਆ ਸੀ, ਤੇ ਇਹ ਯੁੱਧ ਅੰਗਰੇਜ਼ਾਂ ਤੇ ਡੱਚਾਂ ਦੇ ਵਿਚਕਾਰ ਹੋਇਆ ਸੀ। 1759 ਦੇ ਵਿੱਚ ਬੇਂਦਰਾਂ ਦਾ ਯੁੱਧ ਹੋਇਆ ਸੀ, ਜੋ ਅੰਗਰੇਜ਼ਾਂ ਤੇ ਡੱਚਾਂ ਵਿੱਚ। ਤੇ ਇਸ ਯੁੱਧ ਵਿੱਚ ਅੰਗਰੇਜ਼ਾਂ ਨੇ ਡੱਚਾਂ ਨੂੰ ਬੁਰੀ ਤਰੀਕੇ ਦੇ ਨਾਲ ਹਰਾ ਦਿੱਤਾ ਸੀ। ਓਕੇ ਜੀ। ਕਿਸ ਨੂੰ? ਅੰਗਰੇਜ਼ਾਂ ਨੇ ਡੱਚਾਂ ਨੂੰ ਬੁਰੇ ਤਰੀਕੇ ਨਾਲ ਹਰਾ ਦਿੱਤਾ ਸੀ। ਔਰ ਅਗਰ ਇਹਨਾਂ ਦੀਆਂ ਬਸਤੀਆਂ ਦੀ ਗੱਲ ਕਰਦੇ ਹਾਂ ਤਾਂ ਕੋਚੀਨ, ਸੂਰਤ, ਨਾਗਾਪਟਨ, ਪੁਲੀਕਟ ਔਰ ਚਿਨਸੁਰਾ ਆਦਿ ਇਹਨਾਂ ਦੀਆਂ ਪ੍ਰਮੁੱਖ ਬਸਤੀਆਂ ਸੀ। ਓਕੇ। ਨੈਕਸਟ ਹੈ ਜੀ ਅੰਗਰੇਜ਼ਾਂ ਬਾਰੇ ਗੱਲ ਕਰਦੇ ਹਾਂ ਕਿ ਅੰਗਰੇਜ਼ ਕਦੋਂ ਆਏ। ਠੀਕ ਹੈ। ਇੰਗਲੈਂਡ ਦੇ ਵਪਾਰੀਆਂ ਨੇ ਮਰਚੈਂਟ ਐਡਵੈਂਚਰ ਗਰੁੱਪ ਨਾਲ 1599 ਈਸਵੀ ਦੇ ਵਿੱਚ ਭਾਰਤ ਨਾਲ ਵਪਾਰ ਕਰਨ ਲਈ
31 ਦਸੰਬਰ 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਕਿਸ ਦੇ ਥਰੂ? ਇੰਗਲੈਂਡ ਦੇ ਵਪਾਰੀਆਂ ਨੇ ਮਰਚੈਂਟ ਐਡਵੈਂਚਰਸ ਨਾਮ ਦਾ ਗਰੁੱਪ ਸੀ, ਜਿਹਦੇ ਵਿੱਚ 1599 ਈਸਵੀ ਦੇ ਵਿੱਚ ਇਹਨਾਂ ਨੇ ਭਾਰਤ ਦੇ ਨਾਲ ਵਪਾਰ ਕਰਨ ਦੇ ਲਈ 31 ਦਸੰਬਰ 1600 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ। 1600 ਈਸਵੀ ਵਿੱਚ ਮਹਾਰਾਣੀ ਐਲਿਜ਼ਾਬੈਥ ਫਸਟ ਪਹਿਲੀ ਆ ਜੀ, ਇੱਥੇ ਲਿਖਿਆ ਨਹੀਂ ਗਿਆ, ਇਸ ਲਈ ਮਹਾਰਾਣੀ ਐਲਿਜ਼ਾਬੈਥ ਫਸਟ ਦੀ ਆਗਿਆ ਨਾਲ ਲੰਦਨ ਦੇ ਵਿੱਚ ਭਾਰਤ ਔਰ ਦੂਜੇ ਪੂਰਬੀ ਦੇਸ਼ਾਂ ਦੇ ਨਾਲ ਵਪਾਰ ਕਰਨ ਲਈ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ। ਕਿਹਨਾਂ ਦੇ ਨਾਲ? ਐਲਿਜ਼ਾਬੈਥ ਨੇ ਆਗਿਆ ਦਿੱਤੀ ਸੀ, ਮਹਾਰਾਣੀ ਐਲਿਜ਼ਾਬੈਥ ਜੋ ਕਿ ਉਸ ਟਾਈਮ ਇੰਗਲੈਂਡ ਦੀ ਮਹਾਰਾਣੀ ਸੀ। 1600 ਈਸਵੀ ਦੇ ਵਿੱਚ ਉਸਨੇ ਲੰਦਨ ਨੂੰ ਭਾਰਤ ਔਰ ਦੂਜੇ ਪੂਰਬੀ ਦੇਸ਼ਾਂ ਦੇ ਨਾਲ ਵਪਾਰ ਕਰਨ ਦੇ ਲਈ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਔਰ ਪਹਿਲਾਂ ਜਿਹੜਾ ਸੀ ਇਹ 15 ਸਾਲ ਦੇ ਲਈ ਇਸ 'ਤੇ ਮੁਹਰ ਲਗਾਈ ਗਈ ਸੀ, ਮਤਲਬ ਪਹਿਲੇ 15 ਸਾਲ ਦੇ ਲਈ ਕਹਿ ਦਿੱਤਾ ਗਿਆ ਸੀ ਕਿ ਨੈਕਸਟ 15 ਸਾਲ ਭਾਰਤ ਦਾ ਜਿਹੜਾ ਅੰਗਰੇਜ਼ ਨੇ ਜਿਹੜੇ ਲੰਦਨ ਭਾਰਤ ਦੇ ਨਾਲ ਵਪਾਰ ਕਰੇਗਾ। ਓਕੇ, ਇਹ ਕੰਪਨੀ ਇੱਕ ਸਦੀ ਤੋਂ ਵੀ ਕੁਝ ਵੱਧ ਸਮੇਂ ਤੱਕ ਭਾਰਤ ਨਾਲ ਵਪਾਰ ਕਰਦੀ ਰਹੀ ਔਰ 1708 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਨੂੰ ਇੱਕ ਹੋਰ ਕੰਪਨੀ ਨਾਲ ਮਿਲਾ ਦਿੱਤਾ ਗਿਆ ਤੇ ਜਿਸ ਤੋਂ ਯੂਨਾਈਟਿਡ ਕੰਪਨੀ ਦੀ ਸਥਾਪਨਾ ਹੋਈ। ਯੂਨਾਈਟਿਡ ਕੰਪਨੀ ਦੀ ਸਥਾਪਨਾ 1708 ਈਸਵੀ ਦੇ ਵਿੱਚ ਕਦੋਂ ਹੋਈ? ਕਿਸ ਨੂੰ ਮਿਲਾ ਕੇ ਬਣਿਆ ਸੀ? ਕੰਪਨੀ ਨੂੰ ਇੱਕ ਹੋਰ ਕੰਪਨੀ, ਈਸਟ ਇੰਡੀਆ ਕੰਪਨੀ ਨੂੰ ਕਿਸੇ ਹੋਰ ਕੰਪਨੀ ਨਾਲ ਮਿਲਾ ਦਿੱਤਾ ਗਿਆ ਸੀ। ਠੀਕ ਹੈ, ਈਸਟ ਇੰਡੀਆ ਕੰਪਨੀ ਨੇ ਆਪਣਾ ਦੂਤ ਸੀ ਜਿਹੜਾ ਉਹ ਕੈਪਟਨ ਵਿਲੀਅਮ ਹੌਕਿੰਸ ਨੂੰ 1608 ਈਸਵੀ ਦੇ ਵਿੱਚ ਸੂਰਤ ਵਿਖੇ ਭੇਜਿਆ ਸੀਗਾ। ਈਸਟ ਇੰਡੀਆ ਕੰਪਨੀ ਨੇ ਆਪਣੇ ਪਹਿਲਾ ਦੂਤ ਸੀ ਜਿਹੜਾ ਉਹ ਕਿਹਨੂੰ ਬਣਾਇਆ? ਕੈਪਟਨ ਵਿਲੀਅਮ ਹੌਕਿੰਸ ਨੂੰ, ਔਰ ਬਣਾ ਕੇ ਉਹਨੂੰ ਕਦੋਂ ਭੇਜਿਆ? 1608 ਈਸਵੀ ਵਿੱਚ। ਕਿੱਥੇ ਭੇਜਿਆ? ਸੂਰਤ ਵਿਖੇ। ਠੀਕ ਹੈ, 3 ਕੁਐਸਚਨ ਬਣਦੇ ਨੇ। ਉਹ ਸੂਰਤ ਵਿੱਚ ਫੈਕਟਰੀ ਲਗਾਉਣ ਦੀ ਇਜਾਜ਼ਤ ਲੈਣ ਦੇ ਲਈ ਕਿਸ ਦੇ ਕੋਲ ਗਿਆ ਸੀ? ਉਸ ਟਾਈਮ ਕੌਣ ਸੀ ਇਹਨਾਂ ਦੇ ਸਮਕਾਲੀਨ? ਜਹਾਂਗੀਰ। ਠੀਕ ਹੈ ਜੀ, ਕਿੰਨੇ ਦੇ ਵਿੱਚ? 1608 ਈਸਵੀ ਦੇ ਵਿੱਚ। ਠੀਕ ਹੈ ਜੀ, ਉਸ ਤੋਂ ਬਾਅਦ ਇਹ ਹੈ ਜੀ ਈਸਟ ਇੰਡੀਆ ਕੰਪਨੀ ਨੇ ਆਪਣੀ ਪਹਿਲੀ ਫੈਕਟਰੀ ਸੀ ਜਿਹੜੀ ਉਹ ਮਸੂਲੀਪਟਨਮ ਵਿਖੇ ਲਗਾਈ ਸੀ ਔਰ ਈਸਟ ਇੰਡੀਆ ਕੰਪਨੀ ਨੇ ਮੁਗਲ ਸਾਮਰਾਜ ਦੇ ਅਧੀਨ ਜਿਹੜੀ ਆਪਣੀ ਪਹਿਲੀ ਫੈਕਟਰੀ ਸੀ ਉਹ ਸੂਰਤ ਦੇ ਵਿੱਚ ਲਗਾਈ ਸੀ। ਮਤਲਬ ਅਗਰ ਅਸੀਂ ਗੱਲ ਕਰਦੇ ਹਾਂ ਈਸਟ ਇੰਡੀਆ ਕੰਪਨੀ ਦੀ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਫੈਕਟਰੀ ਸੀ ਜਿਹੜੀ ਉਹ ਮਸੂਲੀਪਟਨਮ ਵਿਖੇ ਲਿਖੀ ਸੀ। ਲੇਕਿਨ ਅਗਰ ਮੁਗਲ ਸਾਮਰਾਜ ਦੀ ਗੱਲ ਕਰਦੇ ਹਾਂ ਤਾਂ ਮੁਗਲ ਸਾਮਰਾਜ ਦੇ ਅਧੀਨ ਉਹਨਾਂ ਨੇ ਸੂਰਤ ਦੇ ਵਿੱਚ ਲਗਾਈ ਸੀ। ਠੀਕ ਹੈ ਜੀ, 1612 ਈਸਵੀ ਵਿੱਚ ਸਵੇਲੀ ਦਾ ਯੁੱਧ ਈਸਟ ਇੰਡੀਆ ਕੰਪਨੀ ਤੇ ਪੁਰਤਗਾਲੀਆਂ ਦੇ ਵਿਚਕਾਰ ਹੋਇਆ। ਸਵੇਲੀ ਦਾ ਯੁੱਧ ਹੋਇਆ ਸੀ 1612 ਦੇ ਵਿੱਚ। ਠੀਕ ਹੈ ਜੀ, ਕਿਹਦੇ ਵਿੱਚ? ਈਸਟ ਇੰਡੀਆ ਕੰਪਨੀ ਔਰ ਪੁਰਤਗਾਲੀਆਂ ਦੇ ਵਿਚਕਾਰ ਹੋਇਆ ਸੀ, ਜਿਹਦੇ ਵਿੱਚ ਪੁਰਤਗਾਲੀਆਂ ਦੀ ਹਾਰ ਹੋ ਗਈ ਸੀ ਤੇ ਸੂਰਤ ਦੇ ਵਿੱਚੋਂ ਉਹਨਾਂ ਦਾ ਅਸਤਿਤਵ ਹੀ ਖਤਮ ਹੋ ਗਿਆ ਸੀ। ਓਕੇ, 1615 ਈਸਵੀ ਵਿੱਚ ਕੰਪਨੀ ਦਾ ਪ੍ਰਤੀਨਿਧੀ ਸੀ ਜਿਹੜਾ ਉਹ ਸਰ ਥਾਮਸ ਰॉ ਆਇਆ ਸੀ, ਜੋ ਫਿਰ ਤੋਂ ਜਹਾਂਗੀਰ ਦੇ ਦਰਬਾਰ ਦੇ ਵਿੱਚ ਪਹੁੰਚਿਆ ਸੀ ਤੇ ਇਸ ਵਾਰ ਉਹ ਅਜਿਹਾ ਫਰਮਾਨ ਲਿਆ ਸੀ ਜਿਸ ਦੇ ਅੰਤਰਗਤ ਬ੍ਰਿਸਟ ਈਸਟ ਇੰਡੀਆ ਕੰਪਨੀ ਕਿਤੇ ਵੀ ਮੁਗਲ ਸਾਮਰਾਜ ਅਧੀਨ ਆਪਣੀ ਫੈਕਟਰੀ ਖੋਲ੍ਹ ਸਕਦੀ ਹੈ। ਪਹਿਲਾਂ ਉਹਨਾਂ ਨੇ ਸਿਰਫ ਸੂਰਤ ਦੇ ਵਿੱਚ ਹੀ ਇਜਾਜ਼ਤ ਮੰਗੀ ਸੀ, ਬਟ ਬਾਅਦ ਵਿੱਚ ਉਹਨਾਂ ਨੇ ਇਹ ਕਿਸ ਤਰ੍ਹਾਂ ਦਾ ਫਰਮਾਨ ਲੈ ਕੇ ਆਇਆ ਸੀ ਸਰ ਥਾਮਸ ਰॉ ਕਿ ਬ੍ਰਿਸਟ ਈਸਟ ਇੰਡੀਆ ਕੰਪਨੀ ਜਿਹੜੀ ਉਹ ਮੁਗਲ ਸਾਮਰਾਜ ਦੇ ਅਧੀਨ ਕਿਤੇ ਵੀ ਆਪਣੀ ਫੈਕਟਰੀ ਆ ਜਿਹੜੀ ਉਹ ਖੋਲ੍ਹ ਸਕਦੀ ਆ। ਓਕੇ ਜੀ, ਉਸ ਤੋਂ ਬਾਅਦ 1661 ਈਸਵੀ ਦੇ ਵਿੱਚ ਪੁਰਤਗਾਲੀਆਂ ਦੀ ਮਹਾਰਾਣੀ ਕੈਥਰੀਨ ਦੀ ਇੰਗਲੈਂਡ ਦੇ ਚਾਰਲਸ ਕਿੰਗ 2 ਨਾਲ ਵਿਆਹ ਹੋਇਆ ਸੀਗਾ। ਚਾਰਲਸ 2 ਦੇ ਨਾਲ ਵਿਆਹ ਹੋਇਆ ਸੀ ਕਿਹਦਾ? ਪੁਰਤਗਾਲੀਆਂ ਦੀ ਮਹਾਰਾਣੀ ਸੀ ਕੈਥਰੀਨ। 1661 ਈਸਵੀ ਵਿੱਚ ਇੰਗਲੈਂਡ ਦੇ ਕਿੰਗ ਚਾਰਲਸ 2 ਦੇ ਨਾਲ ਉਹਦਾ ਵਿਆਹ ਹੋ ਗਿਆ ਸੀ ਤੇ ਚਾਰਲਸ ਨੂੰ ਕੀ ਕਰ ਦਿੱਤਾ ਗਿਆ ਸੀ ਜੀ? ਮੁੰਬਈ ਸੀ ਜਿਹੜਾ ਉਹ ਕਾਹਦੇ ਵਿੱਚ ਦੇ ਦਿੱਤਾ ਗਿਆ? ਦਹੇਜ ਦੇ ਵਿੱਚ ਦਿੱਤਾ ਗਿਆ ਸੀ। ਕੁਐਸਚਨ ਜੀ ਪੀਟੈਟ ਦੇ ਐਗਜ਼ਾਮ ਦੇ ਵਿੱਚ 2016 ਦੇ ਸ਼ਾਇਦ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀਗਾ ਕਿ ਕਿਹੜਾ ਮੁੰਬਈ ਸੀ ਜਿਹੜਾ ਕਿਸ ਨੂੰ ਦਹੇਜ ਦੇ ਵਿੱਚ ਦਿੱਤਾ ਗਿਆ ਸੀ? ਤੇ ਚਾਰਲਸ 2 ਨੂੰ। ਇਸ ਤੋਂ 2-3 ਕੁਐਸਚਨ ਬਣਦੇ ਨੇ, ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਕਿ ਪੁਰਤਗਾਲੀਆਂ ਦੀ ਮਹਾਰਾਣੀ ਕੌਣ ਸੀ ਜਿਹਦਾ ਇੰਗਲੈਂਡ ਦੇ ਚਾਰਲਸ 2 ਨਾਲ ਵਿਆਹ ਹੋਇਆ ਸੀ? ਮਹਾਰਾਣੀ ਕੈਥਰੀਨ ਔਰ ਚਾਰਲਸ 2 ਦਾ ਵਿਆਹ ਕਦੋਂ ਹੋਇਆ ਸੀ? 1661 ਈਸਵੀ ਦੇ ਵਿੱਚ। ਔਰ ਮਹਾਰਾਣੀ ਕੈਥਰੀਨ ਔਰ ਚਾਰਲਸ 2 ਦੇ ਵਿਆਹ ਦੇ ਵਿੱਚ ਉਹਨਾਂ ਨੂੰ ਕਿਹੜਾ ਸ਼ਹਿਰ ਦਾਜ ਦੇ ਵਿੱਚ ਦਿੱਤਾ ਗਿਆ? ਇਸ ਤਰ੍ਹਾਂ ਕਰਕੇ 3-4 ਕੁਐਸਚਨ ਇਸ ਦੇ ਵਿੱਚੋਂ ਬਣ ਸਕਦੇ ਨੇ। ਇਸ ਲਈ ਤੁਸੀਂ ਪਲੀਜ਼ ਟੌਪਿਕ ਨੂੰ ਧਿਆਨ ਨਾਲ ਸੁਣਿਆ ਕਰੋ ਤੇ ਪਲੀਜ਼ ਵੀਡੀਓ ਫੁੱਲ ਵਾਚ ਕਰਿਆ ਕਰੋ। ਰਿਕੁਐਸਟ ਹੈ ਮੇਰੀ ਸਾਰਿਆਂ ਨੂੰ ਹੀ ਵੱਧ ਤੋਂ ਵੱਧ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰੋ, ਫੁੱਲ ਵਾਚ ਕਰੋ ਵੀਡੀਓ ਤਾਂ ਕਿ ਤੁਹਾਡਾ ਕੋਈ ਵੀ ਚੀਜ਼ ਸਕਿਪ ਨਾ ਹੋਏ। ਹੋ ਸਕਦਾ ਹੈ ਜੋ ਤੁਸੀਂ ਚੀਜ਼ ਸਕਿਪ ਕਰੋ ਉਸ ਦੇ ਵਿੱਚੋਂ ਹੀ ਤੁਹਾਡੇ ਤੋਂ ਕੋਈ ਕੁਐਸਚਨ ਪੁੱਛ ਲਿਆ ਜਾਏ। ਪਲੀਜ਼ ਬਹੁਤ ਹੀ ਹੈਲਪਫੁਲ ਨੋਟਸ ਨੇ ਪੀਟੈਟ ਔਰ ਸੀਟੈਟ ਔਰ ਮਾਸਟਰ ਕੈਡਰ, ਸਪੈਸ਼ਲੀ ਮਾਸਟਰ ਕੈਡਰ ਐਗਜ਼ਾਮ ਜੋ ਆ ਰਿਹਾ ਹੈ ਉਸ ਦੇ ਲਈ ਬਹੁਤ ਹੀ ਹੈਲਪਫੁਲ ਨੇ। ਪਲੀਜ਼ ਧਿਆਨ ਨਾਲ ਕਰੋ ਔਰ ਵੱਧ ਤੋਂ ਵੱਧ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਸ਼ੇਅਰ ਕਰੋ। ਠੀਕ ਹੈ ਜੀ।
हाँ जी, ਅੱਗੇ ਗੱਲ ਕਰਦੇ ਹਾਂ ਕਿ ਬ੍ਰਿਟਿਸ਼ ਨੇ ਜੋ ਈਸਟ ਇੰਡੀਆ ਕੰਪਨੀ ਨੂੰ ਮੁੰਬਈ ਸੀ ਜਿਹੜਾ ਉਹ ਕਿਰਾਏ ਤੇ ਦੇ ਦਿੱਤਾ ਸੀ 10 ਪਾਉਂਡ ਦੀ ਦਰ ਦੇ ਨਾਲ। ਕਿੰਨੇ ਦੇ ਨਾਲ? 10 ਪਾਉਂਡ ਦੀ ਦਰ ਦੇ ਨਾਲ। ਓਕੇ ਜੀ। ਉਸ ਤੋਂ ਬਾਅਦ ਗਰ ਗਰੋਇਲੋਡ ਅੰਗਿਆਰ ਨੂੰ ਬੰਬਈ ਦਾ ਅਸਲੀ ਮਤਲਬ ਬੰਬਈ ਦੀ ਜਿਹੜੀ ਸਥਾਪਨਾ ਸੀ ਉਹ ਕਿਸ ਨੇ ਕੀਤੀ ਸੀ? ਗੈਰਲॉर्ड ਅੰਗਿਆਰ ਨਾਮ ਦਾ ਵਿਅਕਤੀ ਸੀ ਜਿਸ ਨੇ ਮੁੰਬਈ ਦਾ ਸੰਸਥਾਪਕ ਮੰਨਿਆ ਜਾਂਦਾ ਹੈ। 1698 ਈਸਵੀ ਦੇ ਵਿੱਚ 1698 ਈਸਵੀ ਵਿੱਚ ਗੋਬਿੰਦਪੁਰ ਸੁਲਤਾਨਤੀ ਅਤੇ ਕਾਲੀਕਤਾ ਦੀ ਜਾਗੀਰਦਾਰੀ ਮਿਲ ਗਈ ਸੀ ਤੇ ਇਹਨਾਂ ਤਿੰਨਾਂ ਨੂੰ ਮਿਲਾ ਕੇ ਹੀ ਕਲਕੱਤਾ ਬਣਾਇਆ ਗਿਆ ਸੀ। 1698 ਈਸਵੀ ਵਿੱਚ ਗੋਬਿੰਦਪੁਰ ਸੁਲਤਾਨਤੀ ਔਰ ਕਾਲੀਕਤਾ ਦੀ ਜਾਗੀਰਦਾਰੀ ਮਿਲ ਗਈ ਸੀ ਅੰਗਰੇਜ਼ਾਂ ਨੂੰ ਤੇ ਇਹਨਾਂ ਤਿੰਨਾਂ ਨੂੰ ਮਿਲਾ ਕੇ ਹੀ ਕਲਕੱਤਾ ਬਣਾਇਆ ਗਿਆ ਸੀ। 1690 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਕਲਕੱਤਾ ਵਿਖੇ ਫੋਰਟ ਵਿਲੀਅਮ ਨਾਂ ਦੇ ਕਿਲੇ ਦੀ ਉਸਾਰੀ ਕਰਵਾਈ। ਕਿਸ ਦੀ ਉਸਾਰੀ ਕਰਵਾਈ ਜੀ? 1690 ਦੇ ਵਿੱਚ ਕਲਕੱਤਾ ਵਿਖੇ ਫੋਰਟ ਵਿਲੀਅਮ ਨਾਮ ਦੇ ਕਿਲੇ ਦੀ। ਅੰਗਰੇਜ਼ਾਂ ਨੇ ਆਪਣੀਆਂ ਵਪਾਰਕ ਬਸਤੀਆਂ ਸੀ ਜਿਹੜੀਆਂ ਸੂਰਤ, ਅਹਿਮਦਾਬਾਦ, ਬੜੌਚ ਤੇ ਆਗਰੇ ਵਿਖੇ ਸਥਾਪਿਤ ਕੀਤੀਆਂ ਤੇ 1640 ਈਸਵੀ ਵਿੱਚ ਅੰਗਰੇਜ਼ਾਂ ਨੇ ਮਦਰਾਸ, ਚੇਨਈ ਵਿਖੇ ਬਸਤੀ ਸਥਾਪਿਤ ਕੀਤੀ। 1640 ਦੇ ਵਿੱਚ ਮਦਰਾਸ ਵਿਖੇ, ਚੇਨਈ ਵਿਖੇ ਔਰ 1674 ਈਸਵੀ ਦੇ ਵਿੱਚ ਸੂਰਤ ਦੀ ਬਜਾਏ ਬੰਬਈ ਨੂੰ ਕੰਪਨੀ ਦਾ ਮੁੱਖ ਦਫ਼ਤਰ ਬਣਾਇਆ ਗਿਆ। ਠੀਕ ਹੈ ਜੀ। ਕਿਸ ਨੂੰ ਬਣਾਇਆ ਗਿਆ? ਸੂਰਤ ਪਹਿਲਾਂ ਇਹਨਾਂ ਦਾ ਮੁੱਖ ਸੀਗਾ ਦਫ਼ਤਰ, ਬਾਅਦ ਵਿੱਚ ਮੁੰਬਈ ਨੂੰ ਬਣਾ ਲਿਆ ਗਿਆ ਸੀ। ਕਦੋਂ? 1674 ਦੇ ਵਿੱਚ। 1690 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਕਲਕੱਤੇ ਵਿਖੇ ਇੱਕ ਬਸਤੀ ਦੀ ਸਥਾਪਨਾ ਕੀਤੀ ਸੀ ਔਰ ਉੱਥੇ ਹੀ ਫੋਰਟ ਵਿਲੀਅਮ ਨਾਂ ਦੇ ਕਿਲੇ ਦੀ ਉਸਾਰੀ ਕੀਤੀ ਗਈ। 1690 ਵਿੱਚ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਜੌਨ ਚਾਰਲਕ ਨੂੰ ਕਲਕੱਤਾ ਦਾ ਸੰਸਥਾਪਕ। ਕਲਕੱਤਾ ਦੀ ਸਥਾਪਨਾ ਕਿਸ ਨੇ ਕੀਤੀ ਸੀ? ਜੌਨ ਚਾਰਲਕ ਨੇ ਕੀਤੀ ਸੀ। ਔਰ 1717 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੂੰ ਮੁਗਲ ਸਮਰਾਟ ਫਰਕਸ਼ਰ ਤੋਂ ਬੰਗਾਲ, ਬਿਹਾਰ ਤੇ ਉੜੀਸਾ ਵਿੱਚ 3000 ਰੁਪਏ ਸਾਲਾਨਾ ਕਰ ਦੇ ਬਦਲੇ ਬਿਨਾਂ ਚੂੰਗੀ ਕਰ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ ਸੀ। ਠੀਕ ਹੈ ਜੀ। ਬਿਨਾਂ ਚੂੰਗੀ ਕਰ ਦਿੱਤੇ ਵਪਾਰ ਕਰਨ ਦਾ ਅਧਿਕਾਰ ਸੀ ਜਿਹੜਾ ਕਿਸ ਤੋਂ ਮਿਲਿਆ ਸੀ? ਫਰਕਸ਼ਰ ਤੋਂ। ਕਿੱਥੇ? ਬੰਗਾਲ, ਬਿਹਾਰ, ਉੜੀਸਾ ਦੇ ਵਿੱਚ। ਕਿੰਨੇ? 3000 ਰੁਪਏ ਸਾਲਾਨਾ ਦਰ ਕਰ ਦੇ ਬਦਲੇ ਵਿੱਚ। ਠੀਕ ਹੈ। ਓਕੇ ਜੀ। ਅੰਗਰੇਜ਼ ਭਾਰਤ ਵਿੱਚ ਕਲਈ, ਪਾਰਾ, ਸਿੱਕਾ, ਕੱਪੜੇ ਆਯਾਤ ਮਤਲਬ ਭੇਜਦੇ ਸੀ ਔਰ ਭਾਰਤ ਦੇ ਵਿੱਚੋਂ ਸੂਤੀ, ਰੇਸ਼ਮੀ ਕੱਪੜੇ, ਗਰਮ ਮਸਾਲੇ, ਨੀਲ ਤੇ ਅਫੀਮ ਆਦਿ ਮੰਗਵਾਉਂਦੇ ਸੀ। ਓਕੇ। ਇਹ ਕੀ ਕਰਦੇ ਸੀ? ਨਿਰਯਾਤ ਘਰੇਲੂ ਉਤਪਾਦਕ ਸੀ ਜਿਹੜੇ ਇਹਨਾਂ ਦੇ। 1559 ਈਸਵੀ ਵਿੱਚ ਬੇਦਰਾ ਦਾ ਯੁੱਧ ਜੋ ਕਿ ਡੱਚਾਂ ਦੇ ਨੂੰ ਹਰਾਇਆ ਸੀ। ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਡੱਚਾਂ ਵਾਲੇ ਟੌਪਿਕ ਦੇ ਵਿੱਚ। 1760 ਈਸਵੀ ਦੇ ਵਿੱਚ ਵਾਂਡੀਵਾਸ ਦਾ ਯੁੱਧ ਹੋਇਆ ਸੀ ਜੋ ਅੰਗਰੇਜ਼ਾਂ ਤੇ ਫਰਾਂਸੀਸੀਆਂ ਵਿਚਕਾਰ ਹੋਇਆ ਸੀ, ਜਿਸ ਵਿੱਚ ਕਿਹਦੀ ਹਾਰ ਹੋਈ ਸੀ? ਫਰਾਂਸ ਦੀ। ਠੀਕ ਹੈ ਜੀ। ਕਿਸ ਦੀ ਹਾਰ ਹੋਈ ਸੀ? ਫਰਾਂਸ ਦੀ। ਓਕੇ। ਉਸ ਤੋਂ ਬਾਅਦ ਸੂਰਤ, ਅਹਿਮਦਾਬਾਦ, ਬੜੌਚ, ਆਗਰਾ, ਬੰਬਈ ਤੇ ਕਲਕੱਤਾ ਇਹਨਾਂ ਦੀਆਂ ਪ੍ਰਮੁੱਖ ਬਸਤੀਆਂ ਸੀ। ਕਿਹੜੀਆਂ ਕਿਹੜੀਆਂ ਸੀ ਜੀ? ਸੂਰਤ, ਅਹਿਮਦਾਬਾਦ, ਬੜੌਚ, ਆਗਰਾ, ਬੰਬਈ, ਕਲਕੱਤਾ ਇਹਨਾਂ ਦੀਆਂ ਪ੍ਰਮੁੱਖ ਬਸਤੀਆਂ ਸੀ। ਓਕੇ। ਨੈਕਸਟ ਹੈ ਜੀ, ਇਹ ਡੈਨਮਾਰਕ ਦੇ ਨਿਵਾਸੀ ਸੀਗੇ, ਡੈਨਿਸ। ਅੱਗੇ ਗੱਲ ਕਰਦੇ ਹਾਂ। ਖਤਮ ਹੋ ਚੁੱਕਿਆ ਹੈ ਉਹ ਟੌਪਿਕ ਅੰਗਰੇਜ਼ਾਂ ਵਾਲਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਡੈਨਿਸ ਸੀ ਜਿਹੜੇ ਇਹ ਕਿੱਥੋਂ ਦੇ ਸੀ? ਡੈਨਮਾਰਕ ਦੇ ਨਿਵਾਸੀ ਸੀ ਤੇ 1616 ਈਸਵੀ ਦੇ ਵਿੱਚ ਭਾਰਤ ਆਏ ਸੀ। ਕਦੋਂ ਆਏ ਸੀ ਜੀ? 1616 ਈਸਵੀ ਦੇ ਵਿੱਚ ਭਾਰਤ ਆਏ ਸੀ ਤੇ ਇਹਨਾਂ ਨੇ ਆਪਣੀ ਜਿਹੜੀ ਪਹਿਲੀ ਬਸਤੀ ਸੀ ਬੰਗਾਲ ਦੇ ਸੇਰਾਮਪੁਰ ਵਿਖੇ ਲਿਖਾਈ ਸੀ ਔਰ ਵਪਾਰ ਘੱਟ ਅਤੇ ਇਹਨਾਂ ਨੇ ਈਸਾਈ ਧਰਮ ਦਾ ਪ੍ਰਚਾਰ ਜ਼ਿਆਦਾ ਕੀਤਾ। ਇਹਨਾਂ ਦੇ ਬਾਰੇ ਵਿੱਚ ਇੰਨਾ ਹੀ ਹੈ। ਉਸ ਤੋਂ ਬਾਅਦ ਫਰਾਂਸੀਸੀ ਸੀ ਜਿਹੜੇ ਇਹ ਫਰਾਂਸ ਤੋਂ ਆਏ ਸੀ ਤੇ 1664 ਈਸਵੀ ਵਿੱਚ ਫ੍ਰੈਂਚ ਈਸਟ ਇੰਡੀਆ ਕੰਪਨੀ ਦੀ ਇਹਨਾਂ ਨੇ ਸਥਾਪਨਾ ਕੀਤੀ ਸੀ। ਕਲਬਰਟ ਨਾਮਕ ਫਰਾਂਸ ਦੇ ਸਮਰਾਟ ਲੂਈ 14ਵੇਂ ਦਾ ਮੰਤਰੀ ਸੀ। ਕਲਬਰਟ ਸੀ ਜਿਹੜਾ ਉਹ ਫਰਾਂਸ ਦੇ ਸਮਰਾਟ ਲੂਈ 14ਵੇਂ ਦਾ ਮੰਤਰੀ ਸੀ ਜੋ ਵਪਾਰ ਕਰਨ ਲਈ ਜਿਸ ਨੇ ਵਪਾਰ ਕਰਨ ਦੇ ਲਈ ਫ੍ਰੈਂਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ। ਠੀਕ ਹੈ ਜੀ। ਫਰਾਂਸ ਤੋਂ ਆਏ ਸੀ ਸਭ ਤੋਂ ਪਹਿਲਾਂ ਤਾਂ ਇਹ 1664 ਈਸਵੀ ਵਿੱਚ ਫ੍ਰੈਂਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ ਕਲਬਰਟ ਨੇ ਜੋ ਕਿ ਲੂਈ 14ਵੇਂ ਦਾ ਮੰਤਰੀ ਸੀ ਔਰ ਇਹ ਵਪਾਰ ਕਰਨ ਦੇ ਲਈ ਹੀ ਭਾਰਤ ਵਿੱਚ ਆਏ ਸੀਗੇ ਔਰ ਭਾਰਤ ਵਿੱਚ 1668 ਈਸਵੀ ਵਿੱਚ ਇਹਨਾਂ ਨੇ ਸੂਰਤ ਵਿੱਚ ਫੈਕੋਕੋਰੇ ਨੇ ਪਹਿਲੀ ਕੋਠੀ ਖੋਲ੍ਹੀ ਸੀ। ਠੀਕ ਹੈ। ਉਸ ਤੋਂ ਬਾਅਦ ਪਾਂਡੀਚਰੀ ਦੀ ਸਥਾਪਨਾ ਸੀ ਜਿਹੜੀ ਉਹ 1674 ਈਸਵੀ ਵਿੱਚ ਫਰਾਂਸੀਸੀ ਮਾਰਟਿਨ ਨੇ ਕੀਤੀ। ਫਰਾਂਸੀਸੀ ਮਾਰਟਿਨ ਸੀ ਜਿਹੜਾ ਫ੍ਰੈਂਚ ਈਸਟ ਇੰਡੀਆ ਕੰਪਨੀ ਦਾ ਪਹਿਲਾ ਗਵਰਨਰ ਸੀ। ਠੀਕ ਹੈ ਜੀ। ਪਾਂਡੀਚਰੀ ਜਿਹੜਾ ਸਥਾਨ ਹੈ
ਭਾਰਤ ਦੇ ਵਿੱਚ ਉਸ ਦੀ ਜਿਹੜੀ ਸਥਾਪਨਾ ਸੀ ਉਹ ਕਿਸ ਨੇ ਕੀਤੀ ਸੀ 1634 ਈਸਵੀ ਵਿੱਚ ਫਰਾਂਸੀਸੀ ਮਾਰਟਿਨ ਨੇ ਕੀਤੀ ਸੀ। ਔਰ ਫਰਾਂਸੀਸੀ ਮਾਰਟਿਨ ਹੀ ਸੀ ਜਿਹੜਾ ਉਹ ਫ੍ਰੈਂਚ ਈਸਟ ਇੰਡੀਆ ਕੰਪਨੀ ਦਾ ਪਹਿਲਾ ਗਵਰਨਰ ਵੀ ਸੀ। 1734 ਈਸਵੀ ਵਿੱਚ ਡੂਮਾ ਇਹਨਾਂ ਦਾ ਨਵਾਂ ਗਵਰਨਰ ਬਣਿਆ ਸੀ ਜਿਸ ਨੇ ਵਪਾਰ ਨੂੰ बढ़ावा दिता। मतलब व्यापार किसने ज़्यादातर बढ़ाया? डूमा ने, जो इन्हों का नवा गवर्नर सी फ्रांसीसियां दा। ओके, उस तो बाद 1742 ईस्वी दे विच डुप्लैक्स या डुपले, ठीक है जी, कौन गवर्नर बनया इन्हों का? डुप्लैक्स या डुपले, जिसका नाम सी जोसफ फ्रांसीसी डुपले। पूरा नाम इसका जोसफ फ्रांसीसी डुपले सी, जो कि 1742 ईस्वी दे विच आया सी। कंपनी ने चंदर नगर, माही, ਕਾਲੀਕਟ ਵਿਖੇ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ। ਫਰਾਂਸ ਦੇ ਵੱਧਦੇ ਹੋਏ ਪ੍ਰਭਾਵ ਨੂੰ ਰੋਕਣ ਲਈ ਅੰਗਰੇਜ਼ਾਂ ਤੇ ਫਰਾਂਸੀਸੀਆਂ ਨਾਲ ਸੰਘਰਸ਼ ਕਰ ਦਿੱਤਾ, ਜੋ ਕਿ ਪਹਿਲੇ ਕਰਨਾਟਕ ਯੁੱਧ ਦਾ ਕਾਰਨ ਬਣਿਆ, ਜੋ ਕਿ 1746 ਤੋਂ 1748 ਈਸਵੀ ਦੇ ਵਿੱਚ ਚੱਲਿਆ ਸੀ। ਇਸ ਦੇ ਬਾਰੇ ਵਿੱਚ ਜੀ ਆਪਾਂ ਨੈਕਸਟ ਆਪਣੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਨੈਕਸਟ ਜੋ ਇਸ ਦਾ ਪਾਰਟ ਲੈ ਕੇ ਆਵਾਂਗੇ ਮਾਡਰਨ ਹਿਸਟਰੀ ਦਾ, ਠੀਕ ਹੈ, ਉਸ ਦੇ ਵਿੱਚ ਗੱਲ ਕਰਾਂਗੇ। ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਫਰੈਂਡ ਸਰਕਲ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ। ਔਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਮੇਰੇ ਨੈਕਸਟ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਓਕੇ ਜੀ, ਧੰਨਵਾਦ।